अल्लाह लहूं तो क्या कहूँ, कहूँ तो को उपकार। भटक बीज में रब रहो, जाको तीन लोक विस्तार। अल्लाह लहंता भेद छह, कछ कछ पायो भेद। उल्ट भेद मन भेदियो, पायो अपंग अछेद। तुर्क तरीकत जानिए, हिंदू वेद पुराण। मन समझावन कारणे, कछुअक पढ़िए ज्ञान। वाहिगुरु जी का खालसा, वाहिगुरु जी की फतेह। गुरु सवारी साध संगत जीओ, भगत कबीर जी जो अपने अनुभव द्वारा ਉਹ ਸਰਵ ਸ਼ਕਤੀਵਾਨ ਪਰਮਾਤਮਾ ਨੂੰ ਜਾਣਦੇ ਹਨ, ਉਹਦੇ ਨਾਲ ਇੱਕ ਮਿੱਕਤਾ ਦੀ ਅਵਸਥਾ ਤੱਕ ਪਹੁੰਚੇ ਹਨ। ਪਰ ਕਿਉਂਕਿ ਉਹਨਾਂ ਕੋਲ ਹਰ ਪੱਧਰ ਦੇ ਲੋਕ ਜਗਿਆਸਾ ਲੈ ਕੇ ਆਉਂਦੇ ਹਨ, ਉਹਨਾਂ ਵਿੱਚ ਕੱਟੜ ਕਰਮਕਾਂਡੀ ਪੰਡਿਤ ਵੀ ਹਨ, ਉਹਨਾਂ ਵਿੱਚ ਕੱਟੜ ਸ਼ਰਈ ਮੁਸਲਮਾਨ ਵੀ ਹਨ। ਭਾਵੇਂ ਭਗਤ ਜੀ ਦੀ ਬਾਣੀ ਇਸ ਗੱਲ ਦਾ ਸਪਸ਼ਟ ਫੈਸਲਾ ਕਰਦੀ ਕਿ ਹਮਰਾ ਝਗੜਾ ਰਹਾ ਨ ਕੋ, ਪੰਡਤ ਮੁੱਲਾ ਛਾਡੇ ਦੋ। पंडित मुल्ला जो लिख दिया, छाड़ चले हम किशु न लिया। आख्या ਸੀ ਇਹਨਾਂ ਦੋਵਾਂ ਦੀ ਉਲਝਣਬਾਜ਼ੀ ਤੋਂ ਪਰੇ, ਕਿਉਂਕਿ ਜਿਹੜੇ ਅਨੁਭਵੀ ਪੁਰਸ਼ ਹੁੰਦੇ ਨੇ ਉਹਨਾਂ ਦੀ ਅਵਸਥਾ ਬਹੁਤ ਉੱਚੀ ਹੁੰਦੀ। ਇਸੇ ਲਈ ਕਿਸੇ ਸਿਆਣੇ ਵਿਦਵਾਨ ਦਾ ਕਥਨ ਹੈ, ਸਾਈਂ ਲੋਕ ਨੇ ਉੱਥੇ ਰਹਿੰਦੇ, ਜਿੱਥੇ ਰਹਿਣ ਅਕਲ ਦੇ ਅੰਨੇ। ਨਾ ਕੋਈ ਉਹਨਾਂ ਦੀ ਰਮਜ਼ ਪਛਾਣੇ, ਨਾ ਕੋਈ ਉਹਨਾਂ ਨੂੰ ਮੰਨੇ। ਜਿਹੜੇ ਪਰਮੇਸ਼ਰ ਨੂੰ ਮੰਨਣ ਵਾਲੇ ਲੋਕ ਨੇ ਉਹ ਇਹਨਾਂ ਦੋਹਾਂ ਚੀਜ਼ਾਂ ਤੋਂ ਬਹੁਤ ਉੱਚੇ ਉੱਠ ਜਾਂਦੇ ਕਿ ਕੋਈ ਸਾਡੀ ਮਾਨਤਾ ਕਰੇ, ਕੋਈ ਸਾਡੀ ਪੂਜਾ ਕਰੇ, ਕੋਈ ਸਾਡੀ ਵਾਹ-ਵਾਹ ਕਰੇ, ਉਹ ਇਹਨਾਂ ਚੀਜ਼ਾਂ ਤੋਂ ਬਹੁਤ ਉੱਚੇ ਹੁੰਦੇ। ਪਰ ਫਿਰ ਵੀ ਉਹਨਾਂ ਦੇ ਕੋਲ ਜਗਿਆਸੂ ਲੋਕ ਜੋ ਹਨ ਉਹ ਆਉਂਦੇ ਹਨ। ਉਹਨਾਂ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ। ਕੁਝ ਉਹ ਹਨ ਜਿਹੜੇ ਉਹਨਾਂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਵਾਰਨਾ ਚਾਹੁੰਦੇ ਹਨ। ਕੁਝ ਕੱਟੜਤਾ ਵਾਲੇ ਵੀ ਹੁੰਦੇ ਹਨ ਅਤੇ ਉਹ ਫਿਰ ਆਪਣੀ ਕੱਟੜਤਾ ਨੂੰ ਮੁੱਖ ਰੱਖ ਕੇ ਭਗਤ ਜੀ ਕੋਲ ਆਉਂਦੇ ਹਨ। ਤੋ ਐਸਾ ਲੱਗਦਾ ਹੈ ਕਿ ਕੋਈ ਕੱਟੜ ਕਾਜ਼ੀ ਭਗਤ ਜੀ ਕੋਲ ਆਇਆ ਹੈ ਔਰ ਉਹ ਪੁੱਛਦਾ ਹੈ, ਭਗਤ ਜੀ ਤੁਸੀਂ ਤੇ ਅੱਲਾ ਬਾਰੇ ਜਾਣ ਲਿਆ ਹੋਵੇਗਾ। ਭਗਤ ਜੀ ਬੜੇ ਠਰਮੇ ਨਾਲ ਕਹਿੰਦੇ ਨੇ, ਕਾਜੀ ਜੀ ਅੱਲਾ ਲਹੋਂ, ਦੇਖੋ ਇਹ ਤਿੰਨੇ ਅੱਖਰ ਮੁਕਤੇ ਹਨ, ਐੜਾ ਲੱਲਾ ਹਾ। ਪਰ ਸਾਡੇ ਵਿੱਚ ਇੱਕ ਵਾਦੀ ਪੈ ਗਈ ਕਿ ਅਸੀਂ ਇਸ ਨੂੰ ਅੱਲੇ ਬੋਲਦੇ ਹਾਂ, ਅੱਲੋ ਬੋਲਦੇ ਹਾਂ, ਜਦੋਂ ਕਿ ਅੱਖਰ ਅੱਲਾ ਹੈ। ਕਦੇ ਵੀ ਕਿਸੇ ਮੁਸਲਮਾਨ ਵੀਰ ਦੇ ਮੂੰਹੋਂ ਤੁਸੀਂ ਅੱਲਾ ਨਹੀਂ ਸੁਣੋਗੇ, ਅੱਲੋ ਨਹੀਂ ਸੁਣੋਗੇ, ਉਹ ਹਮੇਸ਼ਾ ਅੱਲਾ ਕਹਿਣ।
तो इत्थे भी जो लिखिया तिन्ने अखर अल्लाह लहों तो क्या कहूँ। भगत जी कहते ने जे मैं उस अल्लाह नूं लहों जान लवां तो क्या कहूँ, मैं उस संबंधी की कह सकता। कहूँ तो को उपकार, जे मैं कुछ कहना भी चाहां ਤਾਂ ਇਹ ਕੀ ਵੱਡੀ ਗੱਲ ਹੋਵੇਗੀ। ਭਾਵ ਤੁਹਾਡੇ ਉੱਤੇ ਕੀ ਉਪਕਾਰ ਹੋਵੇਗਾ, ਤੁਹਾਨੂੰ ਕੀ ਲਾਭ ਹੋਵੇਗਾ। ਭਗਤ ਜੀ ਦੀ ਬਾਣੀ ਵਿੱਚੋਂ ਇਸ ਤਰ੍ਹਾਂ ਦੇ ਕਈ ਬਚਨ ਹੁੰਦੇ ਵੀ ਮੇਰੇ ਕੋਲ ਤੇ ਬੜੇ ਲੋਕ ਆਉਂਦੇ ਨੇ, ਭਗਤ ਜੀ ਸਾਨੂੰ ਵੀ ਕੋਈ ਸਵਾਦ ਦੱਸੋ। ਭਗਤ ਜੀ ਕਹਿੰਦੇ ਨੇ ਗੱਲ ਸੁਣੋ, ਮੇਰੇ ਦੱਸਣ ਨਾਲ ਕੀ ਲਾਭ ਹੋਵੇਗਾ। ਜਦੋਂ ਤੁਸੀਂ ਕਰਨਾ ਤੇ ਕੁਝ ਹੈ ਨਹੀਂ, ਜੇ ਤੇ ਤੁਹਾਨੂੰ ਵਾਕਈ ਕੁਝ ਇਸ ਪਾਸੇ ਦੀ ਦਿਲਚਸਪੀ ਹੈ ਤੇ ਆਓ। कबीर चरण कमल की मौज को कह कैसे उन्मान, कहबे को शोभा नहीं देखा ही परवान। आखिर मेरे कहने नाल तुहानू की लाभ होवेगा। गल भी ठीक है। कोई आदमी कही जाए ये भोजन बड़ा स्वादिष्ट है, ये पदार्थ बहुत वधिया है, ते तुसी कदे खाधा नहीं, तुहानू उहदा स्वाद आ जाए। इसीलिए भाई गुरदास जी ने भी कहा है, गाए सुने आंखें मीचे पाइए ना परम पद। सिर्फ गाउण नाल, सिर्फ सुनन नाल, सिर्फ अखां मीच के बैठण नाल किसी नूं परम पद भी नहीं प्राप्त। ਜਦੋਂ ਤੀਕਰ ਗੁਰੂ ਦੇ ਸ਼ਬਦ ਨੂੰ ਕੋਈ ਕਮਾਉਂਦਾ ਨਹੀਂ। ਤੋ ਕਬੀਰ ਜੀ ਨੇ ਕਿਹਾ, ਭਾਈ ਮੈਂ ਤੁਹਾਨੂੰ ਕੀ ਦੱਸਾਂ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸ਼ੋਭਾ ਨਹੀਂ देखा ही परवान। कबीर देख कह के कहो कहे न को पति आए, हर जैसा तैसा ओही रहो हरख गुन गाए। भाई रब ते जैसा है वैसा ही है, अल्लाह ते जैसा है वैसा ही है। पर ਤੁਹਾਨੂੰ ਤੇ ਤਾਂ ਹੀ ਪਤਾ ਲੱਗ ਸਕਦਾ ਜੇ ਤੁਸੀਂ ਇਸ ਮਾਰਗ ਤੇ ਤੁਰੋ। ਮੈਂ ਕੁਝ ਕਹਿ ਵੀ ਦੇਵਾਂ ਤਾਂ ਉਹਦੇ ਨਾਲ ਕੀ ਬਣ ਜਾਏ। ਮੇਰਾ ਕਹਿਣਾ ਐਵੇਂ ਹਵਾ ਵਿੱਚ ਹੀ ਚਲਾ ਜਾਏ। ਅੱਲਾ ਲਹੋਂ ਤਾਂ ਕਿਆ ਕਹੂੰ। ਪਹਿਲੀ ਗੱਲ ਤੇ ਇਸ ਨੂੰ ਪੜ੍ਹਨਾ ਬੜੇ ਪ੍ਰੇਮ ਨਾਲ ਸਹਿਜੇ ਸਹਿਜੇ, ठीक विश्राम देना, ठीक उच्चारण करना। आख्या जे मैं उस अल्लाह दे संबंध विच कुछ कहना चाहां ते की कहां। कहूं तक को उपकार, जे मैं कह दियां कि वो बहुत वड्डा, तुहानू की पता, या इहदे नाल की तुहाडा कुछ लाभ होवेगा। भटक बीज में रव रहो जाको तीन लोक विस्तार। आख्या वो अल्लाह जेड़ा गल्लां नाल नहीं लभ सकता, जेड़ा सिर्फ बाहरले दिखावियां नाल नहीं लभ सकता। भगत जी नूं इसलिए कहना पिया, क्या पढ़िए क्या गुनिए क्या वेद पुराना सुनिए। पढ़े सुने क्या होई जो सहज न मिले हो सोई। हर का नाम न जब से गवारा क्या सोचे बारंबारा। भावें कोई कितनियां किताबां पढ़ लवे, भावें कोई कितने कर्म कांड कर लवे, भाई परमात्मा ते ऐसा है
भटक बीज में रव रहो, जाको तीन लोक विस्तार। भटक कहते ने ਬੋੜ ਨੂੰ, ਬੀਜ ਕਹਿੰਦੇ ਨੇ ਬੀਜ ਨੂੰ। ਹੁਣ ਜਿਹੜਾ ਬੋੜ ਦਾ ਬੀਜ ਹੈ ਕਿਤਨਾ ਛੋਟਾ, ਪਰ ਉਸ ਛੋਟੇ ਜਿਹੇ ਬੀਜ ਦੇ ਅੰਦਰ ਕਿਤਨਾ ਵੱਡਾ ਬੋੜ ਦਾ ਦਰਖਤ ਲੁਕਿਆ ਪਿਆ। ਕਹਿਣ ਦਾ ਮਤਲਬ ਉਹਦੇ ਵਿੱਚ ਬੀਜ ਵੀ ਹੈ, ਉਹਦੇ ਵਿੱਚ ਪੱਤੇ ਵੀ ਹਨ, ਉਹਦੇ ਵਿੱਚ ਟਹਿਣੀਆਂ ਵੀ ਹਨ, ਉਹਦੇ ਵਿੱਚ ਫਲ ਵੀ ਹਨ, ਉਹਦੇ 'ਚ ਬੀਜ ਵੀ। ਹੁਣ ਬੋੜ ਦਾ ਦਰਖਤ ਕਿਤਨਾ ਵੱਡਾ ਹੈ, ਪਰ ਬੀਜ ਕਿਤਨਾ ਛੋਟਾ। ਸੱਚਮੁੱਚ ਇਸੇ ਤਰ੍ਹਾਂ ਉਹ ਮੇਰਾ ਮਾਲਕ ਅਕਾਲ ਪੁਰਖ ਅੱਲਾ, ਜਿਸ ਦਾ ਵਿਸਥਾਰ ਖਲਾਰਾ ਤਿੰਨਾਂ ਲੋਕਾਂ ਵਿੱਚ ਹੈ। ਇਹ ਜਿਤਨਾ ਲੋਕ ਸੰਸਾਰ ਹੈ ਸਭ ਉਹਦੇ ਵਿੱਚ ਹੀ ਪੜ੍ਹਦੇ ਰੋਜ਼ਾਂ ਪਰ ਵਿਚਾਰ ਨਹੀਂ ਕਰਦੇ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। जब या करख करत हो कब हूँ, तुम मैं मिलत दे तर सब हूँ। ਇਸੇ ਲਈ ਪਾਤਸ਼ਾਹ ਨੇ ਬਾਣੀ ਵਿੱਚ ਇਹਨਾਂ ਸਾਰੀਆਂ ਉਲਝਣਾਂ ਦਾ ਹੱਲ ਇੱਕੋ ਹੀ ਦਿੱਤਾ। ਆਖਿਆ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਆਧਾਰ ਜਿਨ ਸਗਲੀ ਮੋਹੀ। ਲੋਕ ਤਾਂ ਗੱਲਾਂ ਵਿੱਚ ਉਲਝੇ ਹੋਏ ਹਨ। ਤੋ ਭਗਤ ਜੀ ਨੇ ਇਸ ਇੱਕੋ ਸ਼ਲੋਕ ਵਿੱਚ ਇੱਕ ਪੰਕਤੀਆਂ 'ਚ ਕਿਤਨੀ ਵੱਡੀ ਗੱਲ ਕਹਿ ਦਿੱਤੀ। ਭਾਈ ਅੱਲਾ ਲਹੋਂ ਤੋ ਕਿਆ ਕਹੂੰ, ਕਹੂੰ ਤਾਂ ਕੋ ਉਪਕਾਰ। भटक बीज में रब रहो, जाको तीन लोक विस्तार। ਉਹ ਪਰਮਾਤਮਾ ਇਸ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਮਾਰਨ ਵਾਲਾ, ਉਹ ਇਹਦੇ ਵਿੱਚ ਹੀ ਸਮਾ ਲਿਆ। ਫਿਰ ਚੌਥੇ ਨੰਬਰ ਸ਼ਲੋਕ ਚ ਕਹਿੰਦੇ ਅਲਾ ਲਹੰਤਾ ਭੇਦ ਛੈ, ਕਛ ਕਛ ਪਾਇਓ ਭੇਦ। ਅਲਾ ਲਹੰਤਾ, ਜੇ ਉਹ ਅਕਾਲ ਪੁਰਖ ਕੋਈ ਲੱਭਣ ਤੁਰ ਪਵੇ, ਭਾਵ ਇਸ ਮਾਰਗ ਤੇ ਤੁਰ ਪਵੇ। ਪਹਿਲੀ ਗੱਲ ਤੇ ਤੁਰਦਾ ਕੋਈ ਨਹੀਂ, ਗੱਲਾਂ ਵਾਲੇ ਹੈਨ ਕਨੇਰੇ, ਸਭ ਗੱਲੀ ਬਾਤੀ ਕਰਦੇ। ਕੋਟ ਮਧੇ ਕੋਈ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਇਸੇ ਲਈ ਭਗਤ ਜੀ ਨੇ ਉਹਨਾਂ ਦੇ ਉੱਤੇ ਕਟਾਕਸ਼ ਵੀ ਕੀਤਾ। ਆਖਿਆ ਮਾਥੇ ਤਿਲਕ, ਹੱਥ ਮਾਰਾ ਬਾਨਾ, ਲੋਗਨ ਰਾਮ ਖਿਲੌਣਾ ਜਾਨਾ। ਆਖਿਆ ਮੱਥੇ ਤੇ ਤਿਲਕ ਲਾ ਲਓ, ਹੱਥ ਵਿੱਚ ਮਾਲਾ ਫੜ ਲਓ, ਬਾਣਾ ਉਹੋ ਜਿਹੀ ਯੂਨੀਫਾਰਮ ਬਣਾ ਲਓ। ਇਹਦੇ ਨਾਲ ਰੱਬ ਨਹੀਂ ਰੀਝਦਾ, ਪਰ ਲੋਕਾਂ ਨੇ ਤੇ ਰੱਬ ਨੂੰ ਖਡਾਉਣਾ ਸਮਝਿਆ। ਜਿਨ ਰਾਮ ਜਾਣਿਆ ਤਿਨੇ ਪਛਾਣਿਆ, ਜਿਉਂ ਗੂੰਗੇ ਸਾਕਰ ਮਰ ਮਾਨੇ। ਜਿਵੇਂ ਗੂੰਗਾ ਪੁਰਸ਼ ਸ਼ੱਕਰ ਖਾ ਕੇ ਆਨੰਦ ਮਾਣਦਾ ਹੈ ਪਰ ਕੁਝ ਦੱਸ ਨਹੀਂ ਸਕਦਾ। ਹਾਂ, ਇਹ ਠੀਕ ਹੈ ਕਿ ਜਿਹੜਾ ਇਸ ਪਾਸੇ ਤੁਰਦਾ ਹੈ। ਅਲਾ ਲਹੰਤਾ ਭੇਦ ਛੈ, ਇੱਥੇ ਛੈ ਦਾ ਮਤਲਬ ਹੈ ਨਾਸ ਹੋ ਜਾਣਾ। ਉਹਦੇ ਅੰਦਰੋਂ ਇਹ ਜਿਹੜੇ ਭੇਦ ਹਨ ਇਹ ਨਾਸ ਹੋ ਜਾਂਦੇ। ਇਹ ਜਿਹੜੇ ਵੱਖਰੇਪਨ ਨੇ, ਭਰਮ ਨੇ, ਇਹ ਹੌਲੀ ਹੌਲੀ ਮੁੱਕ ਜਾਂਦੇ। ਕਿਉਂਕਿ ਜਿਉਂ-ਜਿਉਂ ਉਹ ਪਰਮਾਤਮਾ ਵਾਲੇ ਰਾਹ 'ਤੇ ਤੁਰਦਾ, ਉਹਨੂੰ ਚਾਨਣ ਤੇ ਹੁੰਦਾ, ਪਰ ਹੁੰਦਾ ਓਨਾ ਹੀ ਹੈ। ਜਿਵੇਂ ਅਸੀਂ ਕਹਿੰਦੇ ਹਾਂ ਜਿੰਨਾ ਗੁੜ ਪਾਓ ਓਨਾ ਮਿੱਠਾ ਹੁੰਦਾ। ਜਿੰਨਾ ਕੋਈ ਇਸ ਪਾਸੇ ਤੁਰੇਗਾ,
ਲੱਭਦਿਆਂ ਤੁਰਦਿਆਂ ਉਹਦੇ ਅੰਦਰੋਂ ਜਿਹੜਾ ਦੁਬਦਾ ਦਾ ਬੀਜ ਹੈ ਉਹ ਖਤਮ ਹੋ ਜਾਏ। ਅਲਾ ਰਹੰਤਾ ਭੇਦ ਛੈ, ਕੱਛ ਪਾਇਓ ਭੇਦ। ਕੁਝ ਨਾ ਕੁਝ ਉਹਨੂੰ ਸਮਝ ਆਵੇ। ਜਿੰਨਾ ਕੋਈ ਤੁਰੇਗਾ, ਜਿੰਨਾ ਕੋਈ ਇਸ ਪਾਸੇ ਯਤਨ ਕਰੇਗਾ, ਉਨੀ ਉਸ ਨੂੰ ਸਫਲਤਾ ਵੀ ਮਿਲਦੀ। ਐਸਾ ਨਹੀਂ ਕਿਹਾ ਕਿ ਤੁਰਨ ਵਾਲੇ ਨੂੰ ਕੁਝ ਮਿਲਦਾ ਨਹੀਂ। ਅਸੀਂ ਘਰੋਂ ਤੁਰਦੇ ਹਾਂ। ਮੈਂ ਤੈਨੂੰ ਹੋਰ ਸੌਖਾ ਕਰਕੇ ਕਿਹਾ ਕਰਦਾ ਕਿ ਜਿਵੇਂ ਸਕੂਲ ਜਾਣ ਤੋਂ ਪਹਿਲਾਂ ਬੱਚੇ ਨੂੰ ਕੁਝ ਨਹੀਂ ਆਉਂਦਾ, ਪਰ ਜਦੋਂ ਸਕੂਲ ਜਾਣ ਲੱਗ ਪੈਂਦਾ, ਹੌਲੀ ਹੌਲੀ ਉਸੇ ਨੂੰ ਬੈਠਣਾ ਆ ਜਾਂਦਾ, ਬੋਲਣਾ ਆ ਜਾਂਦਾ, ਲਿਖਣਾ ਆ ਜਾਂਦਾ, ਪੜ੍ਹਨਾ ਆ ਜਾਂਦਾ, ਤਰੱਕੀ ਤੇ ਕਰਦਾ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ, ਅਲਾ ਰਹੰਤਾ ਭੇਦ ਛੈ। ਉਹਦੇ ਅੰਦਰ ਜਿਹੜੀ ਦੁਬਦਾ ਹੈ ਉਹ ਖਤਮ ਹੋ ਜਾਂਦਾ। ਔਰ ਕੱਛ ਪਾਇਓ ਭੇਦ। ਉਹਨੂੰ ਕੁਝ ਭੇਦ ਮੈਨੂੰ ਨੌਲੇਜ, ਜਾਣਕਾਰੀ, ਸੋਝੀ ਆਉਣ ਲੱਗ ਪੈਂਦੀ। ਉਲਟ ਭੇਦ ਮਨ ਭੇਦਿਓ। ਉਲਟ ਭੇਦ ਦਾ ਮਤਲਬ ਜਦੋਂ ਸਮਝ ਆ ਜਾਂਦੀ, ਤੇ ਉਲਟ ਦਾ ਮਤਲਬ ਹੁੰਦਾ ਬਦਲ ਜਾਣਾ, ਆਪਣੇ ਸੁਭਾਅ ਨੂੰ ਬਦਲਾ ਲੈਣਾ। ਜਦ ਤੱਕ ਨਹੀਂ ਸੀ ਪਤਾ, ਭਗਤ ਜੀ ਨੇ ਆਪ ਮੰਨਿਆ, ਕਬੀਰ ਜਿਨੋ ਕਛੂ ਜਾਣਿਓ ਨਹੀਂ, ਤਿਨ ਸੁਖ ਨੀਂਦ ਵਿਹਾਏ। ਹਮੋ ਜੋ ਬੂਝਾ ਬੂਝਨਾ, ਪੂਰੀ ਪਰੀ ਬਲਾਏ। ਆਖਿਆ ਜਿਨ੍ਹਾਂ ਨੇ ਕੁਝ ਨਹੀਂ ਜਾਣਿਆ ਸੀ, ਉਹ ਬੇਫਿਕਰੀ ਦੀ ਨੀਂਦਰ ਸੌਂਦੇ ਸਨ। ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਪਾਪ ਕੀ ਹੈ, ਪੁੰਨ ਕੀ ਹੈ, ਚੰਗਾ ਕੀ, ਮਾੜਾ ਕੀ। ਪਰ ਹੁਣ ਸਾਨੂੰ ਸਮਝ ਆ ਗਈ ਤੇ ਸਾਡੀ ਜ਼ਿੰਮੇਵਾਰੀ ਪੂਰੀ ਹੋ ਗਈ। ਦੇਖੋ, ਅਣਜਾਣ ਬੰਦਾ ਤੇ ਕਹਿ ਸਕਦਾ ਜੀ ਮੈਨੂੰ ਤੇ ਪਤਾ ਹੀ ਨਹੀਂ ਸੀ, ਪਰ ਜਿਹੜਾ ਜਾਣਦਾ ਹੋਵੇ ਉਹਨੂੰ ਜ਼ਰੂਰ ਕੁਝ ਨਾ ਕੁਝ ਦੂਜਿਆਂ ਨਾਲੋਂ ਵੱਖਰਾ ਗਿਆਨ ਹੋ ਜਾਂਦਾ। ਅਲਾ ਰਹੰਤਾ ਭੇਦ ਛੈ, ਕੱਛ ਪਾਇਓ ਭੇਦ। ਉਲਟ ਭੇਦ ਮਨ ਭੇਦਿਓ। ਜਦੋਂ ਕੋਈ ਸਮਝ ਜਾਂਦਾ ਫਿਰ ਉਹਦਾ ਮਨ ਵਿੰਨਿਆ ਜਾਂਦਾ। ਤੇ ਜੇ ਉਹ ਇਸੇ ਤਰ੍ਹਾਂ ਨਿਰੰਤਰ ਚੱਲਦਾ ਰਹੇ, ਪਾਇਓ ਅਭੰਗ ਅਛੇਦ, ਫਿਰ ਉਹ ਪਾ ਲੈਂਦਾ ਹੈ ਉਸ ਪਰਮਾਤਮਾ ਨੂੰ ਜਿਸ ਨੂੰ ਅਭੰਗ ਕਿਹਾ ਜਾਂਦਾ। ਅਭੰਗ ਦਾ ਆਖਰੀ ਅਰਥ ਹੈ ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ। ਅਛੇਦ ਦਾ ਮਤਲਬ ਹੈ ਜਿਸ ਨੂੰ ਕੱਟਿਆ ਨਹੀਂ ਜਾ ਸਕਦਾ। ਭਾਵ ਉਹ ਅਬਿਨਾਸੀ ਪ੍ਰਭੂ ਉਸ ਨੂੰ ਪ੍ਰਾਪਤ ਹੋ ਜਾਂਦਾ। ਤੁਰਕ ਤਰੀਕਤ ਜਾਨੀਐ, ਹਿੰਦੂ ਵੇਦ ਪੁਰਾਨ। ਲਓ ਹੁਣ ਉਸ ਵੇਲੇ, ਕਿਉਂਕਿ ਇਹ ਦੋ ਹੀ ਸਨ, ਤੁਰਕ ਤੇ ਹਿੰਦੂ। ਤੁਰਕ ਆਪਣੇ ਤਰੀਕੇ ਦੇ ਨਾਲ, ਤਰੀਕਤ, ਮੁਸਲਮਾਨ ਫਕੀਰ ਰੱਬ ਨੂੰ ਮਿਲਣ ਦੇ ਰਾਹ ਤੇ 4 ਦਰਜੇ ਮੰਨਦੇ ਹਨ: ਸ਼ਰੀਅਤ, ਤਰੀਕਤ, ਮਾਰਫਤ ਅਤੇ ਹਕੀਕਤ। ਹੁਣ ਤਰੀਕਤ ਦਾ ਮਤਲਬ ਹੈ ਉਸਤਾਦ ਕੋਲ ਬਹਿ ਕੇ ਕੁਝ ਸਿੱਖਣਾ, ਕੁਝ ਸਮਝਣਾ, ਤੇ ਫਿਰ ਉਹਦੇ ਅਨੁਸਾਰ ਚੱਲ ਕੇ ਆਪਣੇ ਵਿਚਾਰਾਂ ਨੂੰ ਪਵਿੱਤਰ ਬਣਾਉਣਾ। ਉਹ ਇਹਨੂੰ ਤਰੀਕਤ ਕਹਿੰਦੇ। ਤੇ ਜਿਹੜੇ ਹਿੰਦੂ ਵੀਰ ਨੇ ਉਹ ਵੇਦਾਂ ਦਾ, ਪੁਰਾਣਾਂ ਦਾ ਅਧਿਐਨ ਕਰਕੇ ਉਹਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ, ਚਲਾਉਣਾ, ਇਹਨੂੰ ਬੜਾ ਜ਼ਰੂਰੀ ਸਮਝਦੇ। ਭਗਤ ਜੀ ਕਹਿੰਦੇ ਨੇ ਜਿਸ ਤਰ੍ਹਾਂ
ਤੁਰਕਾਂ ਨੇ ਆਪਣੀ ਇੱਕ ਮਰਿਆਦਾ ਬਣਾ ਲਈ, ਹਿੰਦੂਆਂ ਨੇ ਆਪਣੀ ਮਰਿਆਦਾ ਬਣਾ ਲਈ। ਇੱਥੇ ਤੱਕ ਤਾਂ ਠੀਕ ਹੈ। ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਐ ਗਿਆਨ। ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਹਨੇਰੇ ਤੋਂ ਚਾਨਣ ਵਿੱਚ ਲਿਆਉਣ ਵਾਸਤੇ, ਮਨ ਦੀ ਤਸੱਲੀ ਕਰਾਉਣ ਵਾਸਤੇ, ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਐ ਗਿਆਨ। ਕਿਉਂਕਿ ਜਿਹੜਾ ਪੜ੍ਹਨਾ ਹੈ ਇਹ ਸਾਨੂੰ ਕੁਝ ਨਾ ਕੁਝ ਚਾਨਣ ਦਿੰਦਾ। ਪਰ ਭਗਤ ਜੀ ਕਹਿੰਦੇ ਨੇ, ਜੇ ਸਿਰਫ ਪੜ੍ਹੀ ਜਾਓ, ਜੇ ਸਿਰਫ ਸੁਣੀ ਜਾਓ, ਉਹਦੇ ਤੇ ਅਮਲ ਨਾ ਕਰੋ, ਫਿਰ ਕੁਝ ਵੀ ਨਹੀਂ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ। ਭਗਤ ਜੀ ਨੇ ਸੱਚੀ ਗੱਲ ਕਹਿ ਦਿੱਤੀ। ਆਖਿਆ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਹੀ। ਓਇਲੇ ਜਾ ਰਹੇ ਓਇਲੇ ਗਾਡੇ, ਤੇਰੀ ਗੱਤ ਦੂਹ ਨਾ ਪਾਈ। ਮਨ ਰੇ ਸੰਸਾਰ ਅੰਧ ਗਹਿਰਾ, ਚੌਂ ਦਿਸ ਪਸਰਿਓ ਹੈ ਜਮ ਜੇਵਰਾ। ਨਿਰਾ ਪੜ੍ਹੀ ਜਾ ਰਿਹਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੜ੍ਹਨਾ ਤੇ ਪੈਂਦਾ, ਸੁਣਨਾ ਤੇ ਪੈਂਦਾ। ਬਾਬਾ ਨਾਨਕ ਜੀ ਵੀ ਕਹਿੰਦੇ ਨੇ, ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਪਰ ਸੁਣਨ ਕਹਿਣ ਦਾ ਮਤਲਬ ਕੀ ਹੈ? ਮਨ ਨੂੰ ਸਮਝਾਉਣਾ, ਮਨ ਦੇ ਭੁਲੇਖੇ ਦੂਰ ਕਰਨੇ। ਤਾਂ ਇਸ ਲਈ ਸਾਨੂੰ ਬਾਣੀ ਪੜ੍ਹਨੀ ਵੀ ਚਾਹੀਦੀ ਹੈ, ਬਾਣੀ ਸੁਣਨੀ ਵੀ ਚਾਹੀਦੀ ਹੈ, ਬਾਣੀ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਢਾਲਣਾ ਵੀ ਚਾਹੀਦਾ। ਕਿਉਂਕਿ ਭਗਤ ਜੀ ਨੇ ਇੱਕ ਜਗ੍ਹਾ ਕਿਹਾ ਹੈ ਕਿ ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮੈ ਨਾਸ। ਸਹਿਜੀ ਸਹਿਜ ਕਿਸੇ ਵਿਦਵਾਨ ਪੁਰਸ਼ ਦਾ ਕਥਨ ਹੈ। 4 ਪ੍ਰਕਾਰ ਦੀ ਕਿਰਪਾ ਹੈ। ਪ੍ਰਭੂ ਕਿਰਪਾ, ਗੁਰੂ ਕਿਰਪਾ, ਸ਼ਾਸਤਰ ਕਿਰਪਾ ਤੇ ਆਪਣੇ ਉੱਤੇ ਆਪਣੀ ਕਿਰਪਾ। ਪ੍ਰਭੂ ਕਿਰਪਾ ਸਾਨੂੰ ਮਨੁੱਖਾ ਜਨਮ ਮਿਲ ਗਿਆ, ਗੁਰੂ ਕਿਰਪਾ ਸਾਨੂੰ ਗਿਆਨ ਮਿਲ ਰਿਹਾ, ਸ਼ਾਸਤਰ ਕਿਰਪਾ ਚੰਗੀਆਂ ਪੁਸਤਕਾਂ ਪੜ੍ਹਨ ਦੇ ਨਾਲ ਸਾਨੂੰ ਗਿਆਨ ਮਿਲਦਾ ਹੈ। ਪਰ ਜੇ ਆਪਣੇ ਉੱਤੇ ਆਪਣੀ ਕਿਰਪਾ ਨਾ ਕੀਤੀ ਜਾਏ ਤਾਂ ਪਹਿਲੀਆਂ 3 ਕਿਰਪਾ ਅਜਾਈ ਚਲੀਆਂ ਜਾਂਦੀਆਂ ਨੇ। ਤਾਂ ਭਗਤ ਜੀ ਨੇ ਇੱਥੇ ਤੱਕ ਸਾਨੂੰ ਮਾਰਗ ਦਰਸ਼ਨ ਕੀਤਾ। ਆਖਿਆ ਮੈਂ ਕੀ ਕਵਾਂ, ਜੇ ਤੁਸੀਂ ਤੁਰੋਗੇ ਜ਼ਰੂਰ ਤੁਹਾਨੂੰ ਇਸ ਰਸਤੇ ਦਾ ਗਿਆਨ ਮਿਲੇਗਾ। ਤਾਂ ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਏ ਗਿਆਨ। ਕਿਉਂਕਿ ਬਾਣੀ ਲੰਬੀ ਹੈ, ਇਸ ਲਈ ਯਕਦਮ ਇਹਦਾ ਨਿਰਣਾ ਕਰਨਾ ਕਿਸੇ ਵਿਦਵਾਨ ਲਈ ਵੀ ਮੁਸ਼ਕਿਲ ਹੈ। ਆਓ ਅਗਲੀਆਂ ਪੰਕਤੀਆਂ, ਅਗਲੇ ਸ਼ਲੋਕ ਹੌਲੀ ਹੌਲੀ ਫਿਰ ਪੜ੍ਹਾਂਗੇ, ਵਿਚਾਰਾਂਗੇ। ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।